ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਪੰਜਾਬ ਦੇ ਵਿੱਚ ਬਦਲਾਖੋਰੀ ਦੀ ਸਿਆਸਤ ਤੋਂ ਲੈ ਕੇ ਬੋਰਿਸ ਜੌਨਸਨ ਦੇ ਇੰਡੀਆ ਦੇ ਦੌਰੇ ਦੇ ਵਿੱਚ 1 ਬਿਲੀਅਨ ਪਾਉਂਡ ਤੋਂ ਵੀ ਵੱਧ ਇਨਵੈਸਟਮੈਂਟ ਡੀਲ, ਇਸ ਤੇ ਚਰਚਾ ਕਰਨਗੇ ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ ਸਰ, ਨਵਜੋਤ ਸਿੰਘ ਸਿੱਧੂ ਨੇ ਤਿੱਖਾ ਵਾਰ ਕੀਤਾ ਹੈ ਆਪ ਸਰਕਾਰ ਤੇ। ਉਹਨਾਂ ਨੇ ਕਿਹਾ ਕਿ CM ਭਗਵੰਤ ਮਾਨ ਰਬੜ ਦੀ ਗੁੜੀਆ ਵਾਂਗ ਨੇ। ਚਿੰਤਾ ਦਰਸਾਈ ਹੈ ਉਹਨਾਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਵੀ। ਸੂਬੇ ਦੇ ਵਿੱਚ 1 ਮਹੀਨੇ ਦੇ ਵਿੱਚ 40 ਮੌਤਾਂ ਹੋ ਚੁੱਕੀਆਂ। ਇਸ ਦੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਦਿੱਲੀ ਲੀਡਰਸ਼ਿਪ ਵੱਲੋਂ ਚਲਾਈ ਜਾ ਰਹੀ ਹੈ। ਅਨਲਾਈਕ ਕਾਂਗਰਸ ਦੇਖੋ, ਬੇਸਿਕਲੀ ਉਹਨਾਂ ਦੇ ਜਿਹੜੇ ਬੇਸਿਕਲੀ ਇਸ਼ੂ ਰੇਸ ਕੀਤੇ ਨੇ ਉਹ ਤਾਂ ਜੈਨੂਅਨ ਨੇ। ਪੰਜਾਬ ਸਰਕਾਰ ਦਾ ਫੋਕਸ ਲਾਅ ਐਂਡ ਆਰਡਰ 'ਤੇ ਹੋਣਾ ਚਾਹੀਦਾ। ਸਟਰੋਂਗ ਸਟੈਪਸ ਨੀਡਸ ਟੂ ਬੀ ਟੇਕਨ ਅਤੇ ਓਪੋਜੀਸ਼ਨ ਦਾ ਫਿਰ ਰੋਲ ਹੈ ਤੇ ਆਈ ਐਮ ਹੈਪੀ ਕਿ ਭਾਵੇਂ ਉਹ MLA ਨਹੀਂ ਬਣੇ, ਉਹ ਪੰਜਾਬ ਦੇ ਉਹ ਆਪਣੇ ਉਸ ਐਟਲੀਸਟ ਉਸ ਵਰਡ ਤੋਂ ਟਰੂ ਰਹਿ ਰਹੇ ਨੇ ਕਿ ਜੋ ਪੰਜਾਬ ਦੇ ਲੋਕਾਂ ਦੇ ਇਸ਼ੂ ਨੇ ਚੁੱਕਦੇ ਰਹਿਣਗੇ। ਅਤੇ ਹੀ ਉਹਨਾਂ ਨੇ ਜਿਹੜੀ ਗਵਰਨਰ ਨਾਲ ਮੀਟਿੰਗ ਕੀਤੀ, ਮੁੱਦੇ ਸਾਰੇ ਜੈਨੂਅਨ ਨੇ। ਇਨਫੈਕਟ ਉਹਨਾਂ ਨੇ 500 ਰੁਪਏ ਬੋਨਸ ਕਿਸਾਨਾਂ ਲਈ ਕਿਹਾ, ਕਿਉਂਕਿ ਐਤਕੀ ਪਹਿਲਾਂ ਜਲਦੀ ਗਰਮੀ ਪੈ ਗਈ ਅਤੇ ਉਹਦੇ ਨਾਲ ਜਿਹੜੀ ਪ੍ਰੋਡਕਟੀਵਿਟੀ ਉਹ ਥੋੜ੍ਹੀ ਯੀਲਡ ਘੱਟ ਗਈ ਆ। ਅਤੇ ਗੌਰਮੈਂਟ ਨੂੰ ਸੋਚਣਾ ਚਾਹੀਦਾ ਕਿ ਆਪਾਂ ਕਿਸਾਨਾਂ ਲਈ ਕੀ ਕਰ ਸਕਦੇ ਹਾਂ, ਕੀ ਐਕਸਟਰਾ ਦੇ ਸਕਦੇ ਹਾਂ ਤਾਂ ਕਿ ਜਿਹੜੀ ਯੀਲਡ ਘੱਟ ਹੋਈ ਉਹਦੀ ਕੰਪਨਸੇਸ਼ਨ ਕਿਵੇਂ ਕੀਤੀ ਜਾਵੇ। ਕਿਉਂਕਿ ਹੁਣ ਹੋਏਗਾ ਕਿ ਤੁਹਾਡੀ ਪਰਚੇਜ਼ ਵੀ ਆਪਣੇ ਆਪ ਘੱਟ ਜਾਏਗੀ। ਜਦੋਂ ਪਰਚੇਜ਼ ਆਪਣੇ ਆਪ ਘੱਟ ਜਾਏਗੀ ਯੂ ਵਿਲ ਇੱਕ ਬਜਟਿੰਗ ਕੀਤੀ ਹੁੰਦੀ ਨਾ ਕਿ ਆਪਾਂ ਇੰਨੇ ਪੈਸੇ ਖਰਚ ਕਰਨੇ ਆ ਇਹਦੇ ਉੱਤੇ, ਅਤੇ ਜੇ ਯੀਲਡ ਜ਼ਿਆਦਾ ਹੁੰਦੀ ਤਾਂ ਉਹਦੀ ਬਜਟਿੰਗ ਜ਼ਿਆਦਾ ਹੋਣੀ ਸੀ, ਅਤੇ ਉਹਦੀ ਐਡਜਸਟਮੈਂਟ ਜੇ ਹੋ ਜਾਏ ਤਾਂ ਕਿਸਾਨਾਂ ਨੂੰ ਉਹਦੇ ਲਈ ਇੱਕ ਰੀਜ਼ਨੇਬਲ ਮੁਆਵਜ਼ਾ ਮਿਲ ਜਾਏ, ਵਿਚ ਕੁਡ ਬੀ ਗੁੱਡ। ਲਾਅ ਐਂਡ ਆਰਡਰ ਆਪਾਂ ਕੱਲ੍ਹ ਵੀ ਡਿਸਕਸ ਕੀਤਾ ਸੀ ਕਿ ਪੁਲਿਸ ਨੂੰ ਪ੍ਰਾਇਓਰਟੀ ਕੰਮਾਂ 'ਤੇ ਲਾਉਣਾ ਚਾਹੀਦਾ। ਇਸ ਵੇਲੇ ਜੇ ਲਾਅ ਐਂਡ ਆਰਡਰ ਸਹੀ ਹੋ ਗਿਆ, ਕਾਫੀ ਚੀਜ਼ਾਂ ਇਨ ਪਲੇਸ ਹੋ ਜਾਣਗੀਆਂ। ਲਾਅ ਐਂਡ ਆਰਡਰ ਬੈਟਰ ਕਰਨ ਨਾਲ ਆਪਣੇ ਆਪ ਇਨਵੈਸਟਮੈਂਟ ਆਉਣੀ ਸ਼ੁਰੂ ਹੁੰਦੀ ਹੈ, ਲੋਕੀ ਸੇਫ ਫੀਲ ਕਰਦੇ ਨੇ, ਉਹ ਆਪਣੇ ਆਪ ਸਰਟਨ ਪਾਰਟ ਆਫ ਦੀ ਪੋਪੂਲੇਸ਼ਨ ਕੈਨ ਪਾਰਟੀਸਪੇਟ ਇਨ ਵਰਕਫੋਰਸ। ਹੁਣ ਜਦੋਂ ਲਾਅ ਐਂਡ ਆਰਡਰ ਵਧੀਆ ਨਹੀਂ ਹੁੰਦਾ, ਵੂਮਨ ਸਪੈਸ਼ਲੀ ਦੇ ਫਾਈਂਡ ਇਟ ਡਿਫਿਕਲਟ ਟੂ ਪਾਰਟੀਸਪੇਟ ਇਨ ਦੀ ਵਰਕਫੋਰਸ। ਉਹਨਾਂ ਦੇ ਲਈ ਆਸਾਨ ਹੋ ਜਾਂਦਾ, ਦੇ ਫੀਲ ਸੇਫ, ਮੋਰ ਪੀਪਲ ਕੈਨ ਪਾਰਟੀਸਪੇਟ। ਉਸ ਤੋਂ ਬਾਅਦ ਬਾਹਰੋਂ ਜਿਹੜੇ ਲੋਕੀ ਜਦੋਂ ਲਾਅ ਐਂਡ ਆਰਡਰ ਦੀ ਇਹੋ ਜਿਹੀ ਖਬਰਾਂ ਆਉਣੀਆਂ ਕਿ ਇੱਥੇ ਕਤਲ ਹੋ ਰਹੇ ਨੇ, ਅਤੇ ਬਾਹਰੋਂ ਇਨਵੈਸਟਮੈਂਟ ਇੱਥੇ ਆਏਗੀ ਕਿਵੇਂ? ਅਤੇ ਇਹ ਇੱਕ ਪ੍ਰਾਇਮਰੀ ਚੀਜ਼ ਹੈਗੀ ਆ ਜਿੱਥੇ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਆਪਣੇ ਆਪ ਨੂੰ, ਮੈਂ ਆਮ ਆਦਮੀ ਪਾਰਟੀ ਕਹਿ ਰਿਹਾ, ਉਹ ਹਮੇਸ਼ਾ ਕਹਿੰਦੇ ਰਹੇ ਕਿ ਦਿੱਲੀ 'ਚ ਸਾਡੇ ਕੋਲ ਪੁਲਿਸ ਨਹੀਂ ਹੈਗੀ। ਹੁਣ ਉਹਨਾਂ ਕੋਲ ਪੁਲਿਸ ਹੈਗੀ ਹੈ। ਹੁਣ ਉਹਦੀ ਯੂਟੀਲਾਈਜੇਸ਼ਨ ਕਰਕੇ ਇੱਕ ਫੁੱਲ ਫਲੈਜ ਸਟੇਟ 'ਚ ਕਿਵੇਂ ਟਰਾਂਸਫਰਮੇਸ਼ਨ ਦਿਖਾਉਂਦੇ ਨੇ, ਉਹਨਾਂ ਲਈ ਤਾਂ ਸਟੇਕਸ ਸਭ ਤੋਂ ਜ਼ਿਆਦਾ ਨੇ। ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਤੋਂ ਜ਼ਿਆਦਾ ਚਿੰਤਾ ਤੇ ਕੇਜਰੀਵਾਲ ਜੀ ਨੂੰ, ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਜੀ ਨੂੰ ਹੋਣੀ ਚਾਹੀਦੀ ਹੈ। ਦੇ ਆਰ ਫਸਟ, ਉਹਨਾਂ ਦੀ ਪਾਰਟੀ ਪਹਿਲੀ ਵਾਰੀ ਫੁੱਲ ਫਲੈਜ ਸਟੇਟ 'ਚ ਪਾਵਰ 'ਚ ਆਈ ਆ। ਉਹਨਾਂ ਦੇ ਲਈ ਤਾਂ ਸਟੇਕਸ ਹੀ ਬੜੇ ਹਾਈ ਨੇ। ਮੈਂ ਹੈਰਾਨ ਹੋ ਰਿਹਾ ਕਿ ਵਾਈ ਦੇਰ ਇਜ਼ ਲੈਕਸਿਟੀ ਇਨ ਦੈਟ ਕੇਸ। ਗੌਰਮੈਂਟ ਸ਼ੁੱਡ ਰੀਅਲੀ ਕਮ ਅਪ ਵਿਦ ਬੈਟਰ ਲਾਅ ਐਂਡ ਆਰਡਰ ਜਿਹੜੀਆਂ ਇਨੀਸ਼ੀਏਟਿਵਸ ਲੈਣੇ ਚਾਹੀਦੇ ਨੇ, ਤਾਂ ਕਿ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਜਿਹੜਾ ਸਡਨਲੀ ਇਹ ਸਪਾਈਕ ਹੋਇਆ ਉਹ ਕੰਟਰੋਲ 'ਚ ਆਵੇ, ਡਰੱਗਸ ਅਤੇ ਉਹਦੀ ਤਸਕਰੀ ਦੇ ਵਿੱਚ ਕੰਟਰੋਲ ਆਵੇ, ਅਤੇ ਸਿਮਿਲਰਲੀ ਇਨਵੈਸਟਮੈਂਟ ਇੱਥੇ ਵਧੇ। ਹੁਣ ਮੈਂ ਅਗਲਾ ਸਟੈਪ ਜੋ ਗੌਰਮੈਂਟ ਨੇ ਬਿਜਲੀ ਦੀ ਵੀ ਅਨਾਊਂਸਮੈਂਟ ਕਰਤੀ, ਬੱਚਿਆਂ ਦੀ ਫੀਸ ਦੇ ਰਿਲੇਟਿਡ ਪ੍ਰਾਈਵੇਟ ਸਕੂਲਾਂ ਦੀ ਵੀ ਅਨਾਊਂਸਮੈਂਟ ਕਰਤੀ। ਹੁਣ ਅਗਲਾ ਸਟੈਪ ਹੈ ਇਨਵੈਸਟਮੈਂਟ। ਬਿਜ਼ਨਸ ਓਪਰਚੁਨਿਟੀ ਤਾਂ ਆਉਣੀ ਚਾਹੀਦੀ ਹੈ, ਸਾਡੇ ਬੱਚੇ ਬਾਹਰ ਨਾ ਜਾਣ, ਇੱਥੋਂ ਦੀ ਬੈਟਰ ਕੁਆਲਿਟੀ ਹਾਇਰ ਐਜੂਕੇਸ਼ਨ, ਇਹਨਾਂ ਚੀਜ਼ਾਂ ਉੱਤੇ ਹੁਣ ਇੱਕ ਮੇਜਰ ਫੋਕਸ, ਇਹ ਫਲਕਰਮ ਪੁਆਇੰਟ ਹੈਗੇ ਨੇ। ਇਨਵੈਸਟਮੈਂਟ, ਲਾਅ ਐਂਡ ਆਰਡਰ ਅਤੇ ਬੈਟਰ ਐਜੂਕੇਸ਼ਨ, R&D ਬੇਸਡ ਕੁਆਲਿਟੀ ਐਜੂਕੇਸ਼ਨ, ਇਹ 3 ਚੀਜ਼ਾਂ ਜੇ ਗੌਰਮੈਂਟ ਫੜ ਲੇ ਨਾ, ਬਾਕੀ ਸਾਰੀਆਂ ਚੀਜ਼ਾਂ ਭੁੱਲ ਜੇ। ਅਫਕੋਰਸ ਹੈਲਥ ਆਲਸੋ। ਇਹ 4 ਕਾਰਨਰ ਸਟੋਨ ਨੇ ਜਿਹਦੇ ਅਰਾਊਂਡ ਅਸੀਂ ਆਪਣੇ ਪੰਜਾਬ ਨੂੰ ਫਿਰ ਸਟੇਬਲ ਬਣਾ ਸਕਦੇ ਹਾਂ। ਥਿੰਕ ਆਫ ਇਟ ਕਿ ਪੰਜਾਬ ਦੇ 4 ਪਿਲਰਸ ਜੇ ਬਣ ਗਏ ਨਾ, ਅਤੇ ਪੰਜਾਬ ਦਾ ਜਿਹੜਾ ਹੈਗਾ ਉਹ ਇੱਕ ਸਟੇਬਲ ਫਾਊਂਡੇਸ਼ਨ ਰੈਡੀ ਹੋ ਜਾਏਗੀ। ਲਾਅ ਐਂਡ ਆਰਡਰ, ਹੈਲਥ ਸਾਡੀ ਹੋ ਗਈ, ਬੇਸਿਕਲੀ ਹਾਇਰ ਐਜੂਕੇਸ਼ਨ ਕੁਆਲੀਟੇਟਿਵ ਹੋ ਗਈ, ਅਤੇ ਇਨਵੈਸਟਮੈਂਟ। ਇਹ 4 ਚੀਜ਼ਾਂ ਹੋਣ ਲੱਗ ਪਈਆਂ ਤੇ एवरीथिंग विल स्टार्ट फॉलिंग इन प्लेस। जी सर, गुरु तेग बहादुर जी के जन्म दिहाड़े पे PM नरेंद्र मोदी ने लाल किले से राष्ट्र को संबोधन किया। जो पंजाबी डायस्पोरा है ऑल ओवर द वर्ल्ड, उन्होंने काफ़ी अप्रिशिएट किया इस इनिशिएटिव को। आई थिंक देखो, ਜਿਹੜੇ ਗੁਰੂ ਤੇਗ ਬਹਾਦਰ ਜੀ, ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ। ਸੋ ਗੁਰੂ ਤੇਗ ਬਹਾਦਰ ਜੀ ਇਸ ਪਾਰਟ ਆਫ ਹੈਰੀਟੇਜ ਆਫ ਦ ਇੰਟਾਇਰ ਨੇਸ਼ਨ। ਉਹਨਾਂ ਨੇ ਲੜਾਈ ਕੀਤੀ ਸੀ ਅਗੇਂਸਟ ਰਿਲੀਜੀਅਸ ਐਕਸਟ੍ਰੀਜ਼ਮ, ਕਿ ਬਈ ਜਦੋਂ ਔਰੰਗਜ਼ੇਬ ਹਿੰਦੂਆਂ ਦੇ ਉੱਤੇ ਅਤਿਆਚਾਰ ਕਰਦਾ ਪਿਆ ਸੀ, ਹੀ ਫੌਟ ਅਗੇਂਸਟ ਦੈਟ ਅਤਿਆਚਾਰ, ਅਤੇ ਹੀ ਇਜ਼ ਵੈਲਿਊਏਬਲ ਟੂ ਐਵਰੀਵਨ। ਅਤੇ ਆਈ ਐਮ ਹੈਪੀ ਕਿ ਅੱਜ ਆਪਾਂ ਇਹੋ ਜਿਹੇ ਰੋਲ ਮਾਡਲਸ ਨੂੰ ਪੂਰੇ ਨੈਸ਼ਨਲੀ ਸੈਲੀਬ੍ਰੇਟ ਕਰਦੇ ਪਏ ਹਾਂ। ਅਤੇ ਇਹ ਸੈਲੀਬ੍ਰੇਸ਼ਨ ਦੱਸਾਂ ਕੀ ਕਰਦੀ ਆ, ਹਿੰਦੂ ਸਿੱਖ ਭਾਈਚਾਰੇ ਨੂੰ ਹੋਰ ਸਟਰੋਂਗ ਕਰਦੀ ਆ, ਰਾਈਟ, ਇੱਕ ਵਨਨੈਸ ਦੀ ਫੀਲਿੰਗ ਲਿਆਉਂਦੀ ਆ, ਇਹ ਸੈਪਰੇਟਿਜ਼ਮ ਨੂੰ ਵੀਕ ਕਰਦੀ ਆ।
ਰਾਈਟ। ਤੇ ਇਹ ਸਾਡੀਆਂ ਕਲੈਕਟਿਵ ਹੈਰੀਟੇਜ ਨੇ। ਆਪਾਂ ਇਲੈਕਸ਼ਨਸ ਦੇ ਟਾਈਮ ਤੇ ਵੀ ਕਹਿੰਦੇ ਆਏ ਆ ਕਿ ਵੀ ਆਰ ਪਾਰਟ ਆਫ ਅ ਕਾਮਨ ਹੈਰੀਟੇਜ। ਸਾਨੂੰ ਇਸ ਕਾਮਨ ਹੈਰੀਟੇਜ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ। ਜਿਹੜੀਆਂ ਚੀਜ਼ਾਂ ਸਾਡੇ 'ਚ ਕਾਮਨ ਨੇ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਆ, ਜਦ ਕਿ ਰਿਲੀਜੀਅਸ ਐਕਸਟ੍ਰੀਮਿਜ਼ਮ ਜਿਹੜੀਆਂ ਚੀਜ਼ਾਂ ਸਾਡੇ 'ਚ ਵੱਖਰੀਆਂ ਨੇ ਉਹਦੇ ਬਾਰੇ ਗੱਲ ਕਰੇਗੀ। ਤਾਂ ਆਪਾਂ ਉਹਨਾਂ ਚੀਜ਼ਾਂ ਬਾਰੇ ਗੱਲ ਕਰੀਏ ਵਿਚ ਵੀ ਕੈਨ ਆਲ ਚੈਰਿਸ਼, ਵੀ ਆਲ ਜਿਹਦੇ 'ਚ ਬਿਲੋਂਗਿੰਗਨੈਸ ਸਾਡੀ ਸਾਰਿਆਂ ਦੀ ਆ। ਇਹਦੇ ਨਾਲ ਸਾਡਾ ਦੇਸ਼ ਸਟਰੋਂਗ ਹੀ ਹੋਏਗਾ। ਤੇ ਜੋ ਗੁਰੂ ਤੇਗ ਬਹਾਦਰ ਜੀ ਦੇ ਲੈਸਨ ਸੀ ਸੈਕਰੀਫਾਈਸ, ਉਹਨਾਂ ਦੀ ਕੈਪੇਬਿਲਿਟੀ ਉਹ ਉਹਨਾਂ ਦੇ ਤੁਸੀਂ ਵੇਖੋਗੇ ਸ਼ਬਦ ਬੜੇ ਘੱਟ ਨੇ, ਬਟ ਹੀ ਵਾਜ਼ ਨੋਨ ਕਿ ਉਹ ਆਪਣੇ ਮੈਡੀਟੇਟਿਵ ਸਟੇਟ 'ਚ ਜਦੋਂ ਚਲੇ ਜਾਂਦੇ ਸੀ ਹੀ ਵਾਜ਼ ਵਨ ਵਿਦ ਦੀ ਸੁਪਰੀਮ ਪਾਵਰ। ਤੇ ਘੱਟ ਸ਼ਬਦਾਂ ਦੇ ਵਿੱਚ ਜੋ ਵੈਲਿਊ, ਜੋ ਸੈਕਰੀਫਾਈਸਿਸ ਉਹਨਾਂ ਨੇ ਵਿਖਾਏ। ਇੱਕ ਸਾਧੂ ਨੇ ਜਦੋਂ ਆਪਣੇ ਇੱਕ ਗੁਰੂ ਨੇ ਜਦੋਂ ਆਪਣੀ ਪਬਲਿਕ ਦੀ ਸੇਫਟੀ ਲਈ ਹਥਿਆਰ ਚੁੱਕੇ, ਇਹੋ ਜਿਹੇ ਸੈਕਰੀਫਾਈਸ ਹਿਸਟਰੀ 'ਚ ਨਹੀਂ ਵੇਖਣ ਨੂੰ ਮਿਲਦੇ। ਜੇ ਆਪਾਂ ਇਹਨਾਂ ਤੋਂ ਲੈਸਨ ਲਈਏ ਵੀ ਕੈਨ ਬਿਲਡ ਅ ਬੈਟਰ ਐਂਡ ਸਟਰੋਂਗਰ ਨੇਸ਼ਨ। ਤੇ ਅਗੇਨ ਆਈ ਐਮ ਸੇਇੰਗ ਨੇਸ਼ਨ ਬਿਕੋਜ਼ ਇਹਦੇ ਵਿੱਚ ਸਾਡੇ ਸਾਰਿਆਂ ਨੂੰ, ਹਿੰਦੂ ਸਿੱਖ ਸਾਰਿਆਂ ਨੂੰ ਦੇ ਆਰ, ਉਹ ਸਾਡੇ ਸਾਰਿਆਂ ਲਈ ਪੂਜਨੀ ਨੇ ਜੀ, ਇੰਸਪੀਰੇਸ਼ਨਲ ਨੇ। ਉਹ ਤੋਂ ਆਪਾਂ ਸਾਰੇ ਲੈਸਨ ਲਈਏ ਤੇ ਆਪਣੇ ਦੇਸ਼ ਨੂੰ ਇੱਕ ਬੈਟਰ ਦੇਸ਼ ਬਣਾਈਏ ਜਿਹਦੇ ਵਿੱਚ ਰਿਲੀਜੀਅਸ ਹਾਰਮਨੀ ਹੋਵੇ, ਹਰ ਧਰਮ ਦੇ ਲੋਕੀ ਮਿਲ ਕੇ ਕੰਮ ਕਰ ਪਾਉਣ, ਰਾਈਟ, ਇਕੁਅਲ ਐਕਸੈਸ ਟੂ ਰਿਸੋਰਸਿਸ ਹੋਵੇ। ਇਹ ਸਾਰੀਆਂ ਚੀਜ਼ਾਂ ਆਪਾਂ ਉਹਨਾਂ ਤੋਂ ਸਿੱਖ ਸਕਦੇ ਹਾਂ। ਸਰ, ਰਿਲੀਜੀਅਸ ਹਾਰਮਨੀ ਤੇ ਹਿੰਦੂ ਸਿੱਖ ਭਾਈਚਾਰੇ ਦੀ ਤੁਸੀਂ ਗੱਲ ਕਰੀ, ਮੈਂ ਨੋਟਿਸ ਕਰ ਰਹੀ ਸੀ ਕਿ PM Narendra Modi, he has always expressed his reverence for Sikh community. Time and again, ਜਿਵੇਂ he lauded Citizen Amendment Act, ਜਿਹਦੇ ਵਿੱਚ ਜਿਹੜੀ ਮਾਈਨੋਰਿਟੀਜ਼ ਨੇ ਜਾਂ ਸਿੱਖ ਕਮਿਊਨਿਟੀ ਜਾਂ ਨੇਬਰਿੰਗ ਕੰਟਰੀਜ਼ ਨੇ ਉਹਨੂੰ ਇੰਡੀਅਨ ਸਿਟੀਜ਼ਨਸ਼ਿਪ ਪੇਮੈਂਟ ਮਿਲ ਸਕਦੀ ਹੈ। ਤੇ ਕਾਫੀ ਇੰਟੈਲੈਕਚੁਅਲਸ ਨੂੰ ਵੀ ਉਹ ਮਿਲਦੇ ਰਹੇ। ਤੇ he has always spoken about the need of Sikh spirit service. So ये जो सिखिज़म के प्रति उनका रेफरेंस है, इसके बारे में आपका क्या कहना है? देखो, सिखी के प्रति सिर्फ उन्हीं का नहीं, बड़े लोगों का रेफरेंस है। आप अगर सिख रिलीजन की बात करें, इन एवरी फैमिली इन पंजाब द एल्डेस्ट सन was made Sikh. This is how Sikhism has always seen part of Indian heritage. ਜਿਹੜਾ ਸਾਡਾ ਇੰਡਿਕ ਕਲਚਰ ਹੈ, Sikhism is part of that culture. ਤੇ ਰੈਫਰੈਂਸ ਸਾਰਿਆਂ ਲਈ ਆ। ਤੇ ਇਹ ਇਟ ਇਜ਼ ਗ੍ਰੇਟ ਕਿ ਬਈ ਸਾਡੇ ਪ੍ਰਾਈਮ ਮਿਨਿਸਟਰ ਇਜ਼ ਥਿੰਕਿੰਗ ਦੈਟ ਇੱਕ ਮਾਈਨੋਰਿਟੀ ਰਿਲੀਜਨ ਇਜ਼ ਪਾਰਟ ਆਫ ਇੰਡੀਅਨ ਕਲਚਰ, ਇਟ ਇਜ਼ ਪਾਰਟ ਆਫ ਆਰ ਹੈਰੀਟੇਜ। ਤੇ ਮੈਨੂੰ ਇਹ ਦੱਸੋ ਕਿ ਜਿਹੜਾ ਨੇਬਰਿੰਗ ਕੰਟਰੀ 'ਚ ਸਿੱਖ ਉੱਥੇ ਜਿਹੜੀ ਦੇਖੋ ਸਾਡੇ ਨੇਬਰਿੰਗ ਕੰਟਰੀਜ਼ 'ਚ ਅਨਫੋਰਚੂਨੇਟਲੀ ਸਿਚੁਏਸ਼ਨ ਮੈਜੋਰਿਟਿਜ਼ਮ ਵਾਲੀ ਹੈ, ਉੱਥੇ ਮਾਈਨੋਰਿਟੀਜ਼ ਨੂੰ ਵਧੀਆ ਟਰੀਟ ਨਹੀਂ ਕੀਤਾ ਜਾਂਦਾ। ਮੈਂ ਕੱਲ੍ਹ ਦੀ ਖਬਰ ਪੜ੍ਹਦਾ ਪਿਆ ਸੀ, ਇੱਕ ਸਿੱਖ ਫੈਮਿਲੀ ਦਾ ਪਾਕਿਸਤਾਨ ਦੇ ਵਿੱਚ ਉੱਥੇ ਉਹਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿੱਥੇ ਜਾਣਗੇ ਉਹ? ਇੰਡੀਆ ਇਜ਼ ਦੇਅਰ ਸਪਿਰਿਚੁਅਲ ਹੋਮ। certain religiously India is only natural home for them. If they are facing trouble anywhere, we should open doors for them. ਤੇ ਇਹ ਇਸ ਕਰਕੇ ਸਿੱਖੀਜ਼ਮ ਇਜ਼ ਇੰਟੀਗਰਲ ਪਾਰਟ ਆਫ ਬੀਇੰਗ ਇੰਡੀਅਨ। ਆਪਾਂ ਪੰਜਾਬ 'ਚ ਰਹਿੰਦੇ ਹਾਂ, ਮੇਰਾ ਪਿੰਡ ਚਵਾਲ ਹੈ, ਅਸੀਂ ਬਾਬਾ ਬੁੱਢਾ ਸਾਹਿਬ ਜ਼ਿਆਦਾ ਗਏ ਹਾਂ ਜੀ। ਜੇ ਮੈਂ ਕਿਸੇ ਵੀ ਧਾਰਮਿਕ ਸਥਲ ਦੀ ਗੱਲ ਕਰਾਂ, ਮੈਂ ਬਾਬਾ ਬੁੱਢਾ ਸਾਹਿਬ ਤੋਂ ਜ਼ਿਆਦਾ ਕਿਤੇ ਨਹੀਂ ਗਿਆ। ਉੱਥੋਂ ਦੀ ਮਿੱਸੀ ਰੋਟੀ ਸਾਨੂੰ ਹਜੇ ਤੱਕ ਯਾਦ ਹੈ। ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਹਿੰਦੁਸਤਾਨ ਦੇ ਸਪੈਸ਼ਲੀ ਨਾਰਥ ਇੰਡੀਆ ਦੇ ਲੋਕ ਜਦੋਂ ਕਿਸੇ ਸਿੱਖ ਨੂੰ ਮਿਲਦੇ ਨੇ, ਉਹ ਕੋਈ ਉਹਨਾਂ ਦੇ ਦਿਮਾਗ 'ਚ ਫੀਲਿੰਗ ਵੀ ਆਉਂਦੀ ਕਿ ਇਟ ਇਜ਼ ਸਮ ਅਦਰ ਰਿਲੀਜਨ। ਇਹੋ ਜਿਹੀ ਇਹ ਇੱਕ ਵਨਮੈਨਸ਼ਿਪ, ਸੇਮ ਕਲਚਰਲ, ਸੇਮ ਵੈਲਿਊ, ਸੇਮ ਜਿਹੜੀ ਹੈਗੀ ਆ ਲੈਸਨਸ ਨੇ। ਮੈਂ ਕਹਿੰਦਾ ਕਿ ਆਪਣੇ ਸਿੱਖੀਜ਼ਮ ਇਜ਼ ਅਨਦਰ ਰਿਫਾਈਨਡ। ਦੇਖੋ, ਸਿੱਖੀਜ਼ਮ ਇਜ਼ ਅ ਰਿਲੇਟਿਵਲੀ ਯੰਗ ਰਿਲੀਜਨ। ਅੱਜ ਕੱਲ੍ਹ ਦੇ ਕੰਟੈਕਸਟ ਉਹਨਾਂ ਦੀ ਲਰਨਿੰਗ ਅੱਜ ਵੀ ਐਪਲੀਕੇਬਲ ਨੇ। ਤੇ ਇਸ ਕਰਕੇ ਸਿੱਖੀਜ਼ਮ ਇਜ਼ ਪਾਰਟ ਆਫ ਬੀਇੰਗ ਇੰਡੀਅਨ, ਪਾਰਟ ਆਫ ਬੀਇੰਗ ਜਿਹੜਾ ਸਾਡਾ ਇੱਕ ਕਲਚਰਲ ਈਕੋਸਿਸਟਮ ਰਿਹਾ ਹੈ, ਉਹਦਾ ਹੀ ਇੱਕ ਰਿਲੀਜਨ ਹੈ। ਤੇ ਉਹਦੇ ਲਈ ਰੈਵਰੈਂਸ ਹੋਣਾ ਇਜ਼ ਵੈਰੀ ਨੈਚੁਰਲ। ਆਈ ਐਮ ਨਾਟ ਸਰਪ੍ਰਾਈਜ਼ਡ ਕਿ ਜੇ ਸਾਡੇ ਪ੍ਰਾਈਮ ਮਿਨਿਸਟਰ ਰੈਵਰ ਕਰਦੇ ਨੇ, ਫਿਰ ਉਹਨਾਂ ਦੀ ਇੱਕ ਪਰਸਨਲ ਪੋਲੀਟੀਕਲ ਜਰਨੀ ਰਹੀ ਹੈ, ਪੰਜਾਬ 'ਚੋਂ ਰਹੇ ਨੇ, right? He has lived in the houses, he himself says that he had lived in the houses of apne Punjabi Sikhs, when he was staying, when even emergency ਜਦੋਂ ਉਹ ਅੰਡਰਗਰਾਊਂਡ ਸੀ, he was supported by Punjabis, right? ਤੇ ਇੱਕ ਆਪਣੇ ਆਪ ਹੀ ਨੈਚੁਰਲ ਰੈਫਰੈਂਸ ਆ ਹੀ ਜਾਂਦੀ ਹੈ। ਜਦੋਂ ਤੁਸੀਂ ਵੇਖਦੇ ਹੋ ਕਿ ਇਟ ਇਜ਼ ਸੇਮ, there are more similarities than differences, ਤੇ ਡਿਫਰੈਂਸਿਸ ਨੂੰ ਵੀ ਐਪਰੀਸ਼ੀਏਟ ਕਰੋ ਤੇ ਸਿਮਿਲੈਰਿਟੀਜ਼ ਨੂੰ ਜ਼ਿਆਦਾ ਚੈਰਿਸ਼ ਕਰੋ। I think that makes for a greater, stronger community bonding. जी sir.
ਸਰ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਕੋਵਿਡ ਰਾਈਜ਼ ਦੇਖਦੇ ਹੋਏ ਮਾਸਕ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ। ਮੌਜੂਦਾ ਸਥਿਤੀ ਵਿੱਚ ਇਹੋ ਜਿਹੀ ਹਦਾਇਤਾਂ ਦਾ ਪਾਲਣਾ ਕਰਨਾ ਕਿੰਨਾ ਕੁ ਜ਼ਰੂਰੀ? ਦੇਖੋ I would say ਕਿ you should be as careful as possible। ਤੇ ਮਾਸਕ ਲਾਓਗੇ ਇਟ ਵਿਲ ਕੀਪ ਯੂ ਸੇਫਰ। ਅੱਜ ਕੋਵਿਡ ਦਾ ਟਾਈਮ ਹੈ, ਲੈਟਸ ਸੇ 3 ਸਾਲ ਪਹਿਲਾਂ ਜਦੋਂ ਕੋਵਿਡ ਨਹੀਂ ਸੀ, ਕਈ ਲੋਕਾਂ ਨੇ ਮਾਸਕ ਲਾਣੇ ਸ਼ੁਰੂ ਕਰਤੇ ਸੀ ਬਿਕੋਜ਼ ਆਫ ਪੋਲਿਊਸ਼ਨ ਐਂਡ ਅਦਰ ਥਿੰਗਸ। ਸਰਟਨ ਟਾਈਮ ਤੇ ਸਰਟਨ ਸਿਚੁਏਸ਼ਨ 'ਚ ਮਾਸਕ ਲਾਣਾ ਤੁਹਾਡੇ ਲਈ ਬੈਨੀਫੀਸ਼ੀਅਲ ਹੈ ਵੈਨ ਯੂ ਆਰ ਇਨ ਕਰਾਊਡਡ ਪਲੇਸਿਸ। ਇਹਨੂੰ ਤੇ ਵੈਸੇ ਹੀ ਬੰਦਾ ਫੋਲੋ ਕਰੇ ਤੇ ਲਾਈਫ 'ਚ ਚੰਗਾ ਰਹੇਗਾ। ਦੂਜੀ ਗੱਲ ਫੋਰਚੂਨੇਟਲੀ ਇਹ ਵਾ ਕਿ ਕੇਸਿਸ ਜ਼ਿਆਦਾਤਰ ਮਾਈਲਡ ਆ ਰਹੇ ਨੇ। ਦੇਰ ਇਜ਼ ਹਾਰਡਲੀ ਐਨੀਵਨ ਜਿਹਨੂੰ ਰੈਸਪੀਰੇਟਰੀ ਸਿਸਟਮ ਦੀ ਲੋੜ ਪੈ ਰਹੀ ਹੈ ਜਾਂ ਜਿਹਦੇ ਲਈ ਸੀਰੀਅਸ ਹੋ ਰਹੀਆਂ ਨੇ। ਬਟ ਡਿਸਪਾਈਟ ਦੈਟ ਕਰਾਊਡਡ ਪਲੇਸਿਸ ਤੇ ਕੇਅਰਫੁਲ ਰਹੋ, ज़्यादा घबराने की लोड़ नहीं है। टुडे वी हैव वैक्सीनेशन, टुडे वी हैव रिलेटिवली स्टेबल स्टैंडर्डाइज हो गए ने प्रोसैस कि जे किसी को कोविड हो रहा है तो उन्होंने किमें लाइन ऑफ ट्रीटमेंट भी डिफाइन हो गई है मोर और लैस। तो सैकेंडली 2-3 दिन ज़्यादातर लोग ठीक हो रहे हैं, तो पैनिक करने की लोड़ नहीं है। आई थिंक पीपल शुड नॉट पैनिक बट बी एज केयरफुल एज पॉसिबल फ्रॉम योर ओन हेल्थ परस्पैक्टिव, वो ज़्यादा बेटर रहेगा। सर आखिरी सवाल, ब्रिटिश हाई कमीशन का स्टेटमेंट है कि बोरिस जॉनसन अपने इंडिया दौरे पे जो इंडिया और यूके के बिजनेसेस हैं सॉफ्टवेयर इंजीनियरिंग से लेके हेल्थ सेक्टर तक $1 बिलियन से भी ज़्यादा इन्वेस्टमेंट की पुष्टि की गई है। We discussed it yesterday also. It is not a very big amount, but something is better than nothing. And मेरे को लगता है कि ये ज़्यादा जियोपॉलिटिकल एंगेजमेंट के हिसाब से ज़्यादा मीटिंग है, क्योंकि वो अपने फॉरेन मिनिस्टर से भी मिल रहे हैं और प्राइम मिनिस्टर से भी मिलेंगे। मैं इसको इकोनॉमिक सेंस में कोई बहुत बड़ी मीटिंग नहीं मानता। $1.3 बिलियन की इन्वेस्टमेंट जो हम कल भी डिस्कस कर रहे थे, जैसा आपने बोला 1 बिलियन पाउंड रफली उतना बनता है। इट इज नथिंग कंपेयर टू द साइज ऑफ इकोनॉमीज वी आर डीलिंग विद। बट अगेन इसके अंदर से भी क्या अपॉर्चुनिटीज और बढ़ाई जा सकती हैं। काफ़ी जॉब अपॉर्चुनिटीज आज ब्रिटेन इंडिया पे रिलाई कर रहा है। अगर आप वो स्टेटमेंट को डिटेल में देखेंगे, इसमें ज़्यादातर काफ़ी करियर अपॉर्चुनिटीज या जॉब अपॉर्चुनिटीज जनरेट हो रही है यूके में। सो टुडे इंडिया यूके needs India's investments and way of doing things to create opportunities वहाँ, because वो unemployment से काफ़ी देर से उनका देश एक kind of stagnation से struggle कर रहा है। Now they are opening up। अब उन्होंने Indian students के लिए भी stay back kind of visa options अब दी हैं जब बच्चा पढ़ने जाता है, जो पहले बंद कर दी थी, क्योंकि अब वहाँ पे भी अब वो उनका Brexit हुआ है, तो उसके कारण भी they need investments। तो दे विल सीक इंडिया सपोर्ट, क्योंकि इंडिया एक मेजर इकोनॉमी है इस टाइम पे, और इंडिया की इन्वेस्टमेंट्स कैन सपोर्ट यूके ऑल्सो। बट एट द सेम टाइम उनकी जो बेस्ट प्रैक्टिस हैं, जो नो हाउ है, उससे इंडिया भी बेनिफिट ले सकता है। सो थैंक यू सो मच फॉर योर व्यूज सर। स्टे कनेक्टेड फॉर सच मीनिंगफुल इनसाइट्स एंड डीप एनालिसिस। जुड़े रहिए हमारे चैनल के साथ एंड डू नॉट फॉरगेट टू सब्सक्राइब टू आवर चैनल एंड डाउनलोड आवर ऐप। थैंक यू।